हिंदुस्तान के लेबर लॉ पहला ही कागज़ के शेर ने कि सरकार इस वे बहुत वड्डी पूंजी के हत्थ दे विच खेड रही है। पैसा बनाने की कार्रवाई क्रोनी कैपिटल है, मुनाफाखोरी है, शुद्ध मुनाफाखोरी है। ਉਹਦਾ ਆਪਣੇ ਇੰਪਲੋਇਰ ਦੇ ਨਾਲ ਨੈਗੋਸ਼ੀਏਸ਼ਨ ਦਾ ਕੋਈ ਰਾਈਟ ਨਹੀਂ, ਉਹ ਨੈਗੋਸ਼ੀਏਟ ਹੀ ਨਹੀਂ ਕਰ ਸਕਦਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵਿੰਦਰ ਪਾਲ। ਚੈਨਲ ਸ਼ਾਨ ਪੰਜਾਬੀ ਦੇ ਇੱਕ ਖਾਸ ਮੁਲਾਕਾਤ ਵਿੱਚ ਤੁਹਾਡਾ ਸਵਾਗਤ ਹੈ ਤੇ ਗੱਲ ਕਰਦੇ ਹਾਂ ਇਸ ਸਮੇਂ ਉੱਠਦੇ ਦੇਸ਼ ਅੰਦਰ ਸਵਾਲ। ਲੋਕ ਵੀ ਕਈ ਚੀਜ਼ਾਂ ਜਾਣਨਾ ਚਾਹੁੰਦੇ ਨੇ ਕਿ ਕਰੋਨਾ ਵਾਇਰਸ ਦੇ ਦੌਰਾਨ ਕੀ ਖੱਟਿਆ ਤੇ ਕੀ ਪਾਇਆ। ਇਸ ਚਰਚਾ ਨੂੰ ਲੈ ਕੇ, ਇਹਨਾਂ ਸਵਾਲਾਂ ਨੂੰ ਲੈ ਕੇ ਸਾਡੇ ਸਟੂਡੀਓ ਪਹੁੰਚੇ ਨੇ ਕਮਲਜੀਤ ਜੀ, ਜੋ ਕਿ ਸਿਆਸੀ ਮਾਹਿਰ ਵੀ ਨੇ ਅਤੇ ਪਾਰਟੀਆਂ ਨਾਲ ਰਿਪਰੈਜ਼ੈਂਟੇਟਿਵ ਕਰਦੇ ਨੇ। ਅਤੇ ਕਮਲਜੀਤ ਜੀ, ਮੇਰਾ ਜਿਹੜਾ ਸਵਾਲ ਹੈ ਤੁਹਾਨੂੰ ਉਹ ਇਹ ਹੈ ਕਿ ਕਰੋਨਾ ਵਾਇਰਸ, ਤਾਲਾਬੰਦੀ ਅਤੇ ਕੁਝ ਸਰਕਾਰ ਦੇ ਫੈਸਲੇ ਜਿਨ੍ਹਾਂ ਨੂੰ ਲੈ ਕੇ ਸਰਕਾਰ ਤੋਂ ਉਮੀਦਾਂ ਸੀ, ਪਰ ਉਹਨਾਂ ਦਾ ਕੀ ਬਣਿਆ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਦੋਂ ਤੋਂ ਕਰੋਨਾ ਵਾਇਰਸ ਆਇਆ, ਸਭ ਤੋਂ ਪਹਿਲੀ ਉਮੀਦ ਲੋਕਾਂ ਦੀ ਇਹ ਸੀਗੀ ਕਿ ਇਹ ਸਰਕਾਰ ਇਸ ਵਾਇਰਸ ਨੂੰ ਕੰਟਰੋਲ ਕਿਵੇਂ ਕਰੇਗੀ। ਦੂਜੀ ਗੱਲ ਕਿ ਵਾਇਰਸ ਨੂੰ ਕੰਟਰੋਲ ਕਰਦੇ ਹੋਏ ਜਿਹੜੀ ਲੋਕਾਂ ਦੀ ਆਮ ਮੁਹਾਰ ਜ਼ਿੰਦਗੀ ਦਾ ਹੈ ਉਹਨੂੰ ਕਿਵੇਂ ਕਾਇਮ ਰੱਖਿਆ ਜਾ ਸਕੇਗਾ। ਇਹ ਦੋਨਾਂ ਗੱਲਾਂ ਦੇ ਵਿੱਚ ਕਿਵੇਂ ਬੈਲੈਂਸ ਸਰਕਾਰ ਬਿਠਾਏਗੀ, ਇਹ ਸਵਾਲ ਸਰਕਾਰ ਦੇ ਮੂਹਰੇ ਚੈਲੰਜ ਸੀ। ਹੁਣ ਇਹ ਠੀਕ ਹੈ ਕਿ ਕਰੋਨਾ ਵਾਇਰਸ ਵਾਸਤੇ ਸਭ ਤੋਂ ਪਹਿਲਾ ਜਿਹੜਾ ਪ੍ਰੀਵੈਂਟਿਵ ਮੇਜਰ ਸੀਗਾ ਉਹ ਸੀਗਾ ਕਿ ਤੁਸੀਂ ਲੋਕਡਾਊਨ ਕਰ ਦਿਓ ਅਤੇ ਚੀਜ਼ਾਂ ਨੂੰ ਰੋਕ ਦਿਓ, ਜਿੱਥੇ ਹੈ ਨੇ ਇੱਕ ਵਾਰੀ ਉੱਥੇ ਰੋਕ, ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰਹਿਣ ਵਾਸਤੇ ਇੱਕ ਸਪੇਸ ਜਿਹੜੀ ਹੈ ਉਹ ਦਿਓ। ਠੀਕ ਹੈ, ਉਹਦੇ ਵਾਸਤੇ ਇੱਕਦਮ ਇੱਕ ਐਲਾਨ ਹੋਇਆ। ਲੇਕਿਨ ਉਸ ਐਲਾਨ ਦਾ ਤੀਜਾ ਸਟੇਜ ਅੱਜ ਅਸੀਂ ਜਾ ਰਹੇ ਹਾਂ, ਇਹ ਖਤਮ ਹੋਣ ਜਾ ਰਿਹਾ ਤੀਜਾ ਸਟੇਜ। 3 ਵਾਰ ਉਹ ਐਲਾਨ ਹੋ ਚੁੱਕਿਆ, ਲੇਕਿਨ ਹਾਲੇ ਤੱਕ ਸਰਕਾਰ ਦੀ ਉਸ ਦੇ ਮੱਦੇਨਜ਼ਰ ਜਿਹੜੀ ਤਿਆਰੀ ਹੈ, ਲੋਕਾਂ ਦੀ ਜ਼ਿੰਦਗੀ ਨੂੰ ਬਚਾ ਕੇ ਰੱਖਣ ਦੀ ਜਿਹੜੀ ਤਿਆਰੀ ਹੈ, ਉਹ ਤਿਆਰੀ 3 ਸਟੇਜਾਂ ਦੇ ਦੌਰਾਨ ਕਿਧਰੇ ਨਜ਼ਰ ਨਹੀਂ ਆ ਰਹੀ, ਜਿਹੜਾ ਸਭ ਤੋਂ ਵੱਡਾ ਮਸਲਾ ਹੈ। ਕਿਉਂਕਿ ਦੇਖੋ, ਜਦੋਂ ਕੰਮ ਬੰਦ ਹੋਏਗਾ ਲੋਕ ਘਰਾਂ 'ਚ ਬੈਠਣਗੇ। ਸਾਡਾ ਹਿੰਦੁਸਤਾਨ ਐਸੇ ਲੋਕਾਂ ਦਾ ਦੇਸ਼ ਹੈ ਜਿਹੜੇ ਰੋਜ਼ ਸਵੇਰੇ ਖੂਹ ਪੁੱਟਦੇ ਨੇ ਅਤੇ ਰੋਜ਼ ਸ਼ਾਮ ਨੂੰ ਪਾਣੀ ਪੀਂਦੇ ਨੇ। ਸੋ ਜਿਹੜੇ ਉਹ ਲੋਕ ਸੀ ਜਿਨ੍ਹਾਂ ਦਾ ਖੂਹ ਪੁੱਟਣਾ ਹੀ ਬੰਦ ਕਰਤਾ ਤੁਸੀਂ, ਜਿਨ੍ਹਾਂ ਨੇ ਸ਼ਾਮ ਨੂੰ ਪਾਣੀ ਪੀਣਾ ਸੀਗਾ, ਉਹ ਲੋਕ ਜਿਹੜੇ ਨੇ ਉਹਨਾਂ ਨੂੰ ਤੁਸੀਂ ਇੱਕ ਜਗ੍ਹਾ ਲੋਕਡਾਊਨ। ਕੀ ਸਰਕਾਰ ਫੇਲ ਹੋਈ ਹੈ? ਬੁਰੇ ਤਰੀਕੇ ਨਾਲ ਫੇਲ ਹੋਈ ਹੈ। ਸਰਕਾਰ ਦੇ ਕਿਸੇ ਮਾਮਲੇ ਦੇ ਵਿੱਚ ਸਰਕਾਰ ਦੀ ਕੋਈ ਪਲੈਨਿੰਗ ਨਜ਼ਰ ਹੀ ਨਹੀਂ ਆ ਰਹੀ। ਔਰ ਉਲਟਾ ਜਿਹੜਾ ਮੈਂ ਜਿਹਦੇ 'ਤੇ ਆਉਣਾ ਚਾਹ ਰਿਹਾ ਜਿਹੜੀ ਗੱਲ 'ਤੇ, ਕਿ ਕਰੋੜਾਂ ਲੋਕ ਨੇ ਹਿੰਦੁਸਤਾਨ ਦੇ ਜਿਹੜੇ ਇਸ ਕਿਸਮ ਦੀ ਹਾਲਤ ਦੇ ਵਿੱਚ ਸੀ, ਰੋਜ਼ ਕਰਕੇ ਰੋਜ਼ ਖਾਣ ਵਾਲੇ, ਉਹਨਾਂ ਦਾ ਇੱਕਦਮ ਲੋਕਡਾਊਨ ਕਰਤਾ। ਉਹਨਾਂ ਵਾਸਤੇ ਵਿਵਸਥਾ ਕੋਈ ਨਹੀਂ, ਉਹਨਾਂ ਵਾਸਤੇ ਪ੍ਰਬੰਧ ਕੋਈ ਨਹੀਂ। ਅਤੇ ਸਾਡੇ ਜਿਵੇਂ ਵੱਡੇ ਵੱਡੇ ਮਹਾਨਗਰ ਨੇ, ਚਾਹੇ ਸਾਡੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਹੈ, ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਜਿਹੜੇ ਸਾਥੀ ਨੇ ਉਹ ਉੱਥੇ ਆ ਕੇ ਕੰਮ ਕਰ ਰਹੇ ਨੇ, ਆਪਣੇ ਫੈਕਟਰੀਆਂ ਨੂੰ ਚੱਲਣ ਤਰ੍ਹਾਂ। ਫੈਕਟਰੀਆਂ ਬੰਦ ਹੋ ਗਈਆਂ ਅਚਾਨਕ। ਹੁਣ ਉਹਨਾਂ ਨੂੰ ਨਾ ਤਾਂ ਉਹਨਾਂ ਦੇ ਮਾਲਕਾਂ ਨੇ ਉਹਨਾਂ ਨੂੰ ਉੱਟਿਆ, ਨਾ ਸਰਕਾਰ ਨੇ ਉਹਨਾਂ ਵਾਸਤੇ ਕੋਈ ਪ੍ਰਬੰਧ ਕੀਤਾ। ਅਤੇ ਸਥਿਤੀ ਇਹ ਬਣ ਗਈ ਕਿ ਸਾਰਿਆਂ ਦੇ ਦਿਮਾਗ 'ਚ ਅੱਜ ਦੇ ਸਮੇਂ 'ਚ ਇੱਕ ਡੈਸਪਰੇਸ਼ਨ, ਇੱਕ ਜ਼ਬਰਦਸਤ ਕਿਸਮ ਦੀ ਭਾਵਨਾ ਇਹ ਬਣ ਗਈ ਹੈ ਕਿ ਇੱਕ ਹਾਲਤ ਦੇ ਵਿੱਚ, ਹਰ ਹਾਲਤ ਦੇ ਵਿੱਚ ਘਰ ਪਹੁੰਚਣਾ ਹੈ। ਇਹ ਡੈਸਪਰੇਸ਼ਨ ਬਣ ਚੁੱਕੀ ਹੈ। ਸੋ ਇਸ ਡੈਸਪਰੇਸ਼ਨ ਦਾ ਸਰਕਾਰ ਨੇ ਇੱਕ ਪ੍ਰਬੰਧ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਗੱਡੀਆਂ ਚਲਾਵਾਂਗੇ, ਲੇਕਿਨ ਗੱਡੀਆਂ ਦਾ ਹਾਲੇ ਤੱਕ ਕੋਈ ਪ੍ਰੀ ਡਿਸਟਰੀਬਿਊਟਿਡ ਸ਼ਡਿਊਲ ਨਹੀਂ ਹੈ ਜਿਹਦੇ ਕਰਕੇ ਕੋਈ ਬੰਦਾ ਉਹਦੇ 'ਤੇ ਭਰੋਸਾ ਕਰਕੇ ਬਹਿ ਸਕੇ। ਸਰਕਾਰ ਦੀਆਂ ਗੱਡੀਆਂ ਵੀ ਚੱਲ ਰਹੀਆਂ ਨੇ, ਲੇਕਿਨ ਇੱਕ ਗੱਡੀ ਦੇ ਵਿੱਚ 1200 ਬੰਦਾ ਆਉਂਦਾ ਹੈ। ਉਹ 1200 ਬੰਦੇ ਦੇ ਹਿਸਾਬ ਨਾਲ ਜੇ ਆਪਾਂ ਕਹੀਏ ਤਾਂ ਤੁਸੀਂ ਕਰੀਬ 10 ਤੋਂ 15 ਲੱਖ ਬੰਦਾ ਜਿਹੜਾ ਹੈਗਾ ਉਹ ਟਰੈਵਲ ਕਰਨਾ ਹੋਵੇ, ਅਤੇ ਇਹ ਤਾਂ ਮਹੀਨਿਆਂ ਦਾ ਕੰਮ ਹੈ। ਸੋ ਸਥਿਤੀ ਕੀ ਬਣੀ ਕਿ ਸਰਕਾਰ ਦੇ ਉਹਦੇ ਢੰਗ ਦੇ ਕੋਈ ਐਲਾਨ ਨਾ ਹੋਣ ਕਰਕੇ ਲੋਕ ਪੈਦਲ ਤੁਰ ਪਏ ਨੇ। ਪੈਦਲ ਤੁਰੇ ਹੋਏ ਲੋਕਾਂ ਨੂੰ ਕਿਤੇ ਪੁਲਿਸ ਡੰਡੇ ਮਾਰ ਰਹੀ ਹੈ, ਕਿਤੇ ਉਹਨਾਂ ਨੂੰ ਗੱਡੀਆਂ ਰਗੜ ਰਹੀਆਂ ਨੇ, ਉਹ ਮਰ ਰਹੇ ਨੇ, ਕਿਤੇ ਭੁੱਖ ਪਿਆਸ ਨਾਲ ਹੀ ਲੋਕ ਮਰ ਜਾ ਰਹੇ। ਕੀ ਇੱਕ ਸਾਜ਼ਿਸ਼ ਹੈ? ਨਹੀਂ, ਸਾਜ਼ਿਸ਼ ਤਾਂ ਮੈਂ ਨਹੀਂ ਕਹਾਂਗਾ, ਸਾਜ਼ਿਸ਼ ਵਾਲਾ ਐਂਗਲ ਨਹੀਂ ਹੈ, ਬਲਕਿ ਇਹ ਪ੍ਰਬੰਧ ਦਾ ਪੂਰੀ ਤਰ੍ਹਾਂ ਨਾਕਾਮੀ ਹੈ। ਇਹ ਪ੍ਰਬੰਧ ਦੀ ਨਾਕਾਮੀ ਹੈ, ਔਰ ਇਸ ਨਾਕਾਮੀ ਦੇ ਵਿੱਚ ਦੀ ਜਿਹੜੀ ਮਾਰ ਹੈ ਸਿੱਧੀ ਉਹ ਸਭ ਤੋਂ ਮਜ਼ਦੂਰ ਜਿਹੜਾ ਹੇਠਲਾ ਤਬਕਾ ਹੈਗਾ ਉਹ ਉਹਦੇ 'ਤੇ ਪੈ ਰਹੀ ਹੈ। ਹੁਣ ਸਰਕਾਰ ਇਸ ਦੀ ਆੜ ਦੇ ਵਿੱਚ ਕਰ ਕੀ ਰਹੀ ਹੈ, ਜਿਹੜਾ ਸਾਡੇ ਦੇਖਣ ਵਾਲਾ ਗੱਲ। ਇੱਕ ਪਾਸੇ ਤਾਂ ਅਸੀਂ ਸੁਣ ਰਹੇ ਹਾਂ ਐਲਾਨ, ਮੋਦੀ ਨੇ ਐਲਾਨ ਕੀਤਾ ਵੀ ਅਸੀਂ 20 ਲੱਖ ਕਰੋੜ ਰੁਪਈਆ, ਉਹ 20 ਲੱਖ ਕਰੋੜ ਹਵਾ 'ਚ ਹੈ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਵੀ ਉਹ ਕਿਸ ਰੂਪ ਦੇ ਵਿੱਚ ਲੋਕਾਂ ਦੀ ਜੇਬ 'ਚ ਕਿਵੇਂ ਪਹੁੰਚਣਾ ਹੈ, ਲੋਕਾਂ ਨੇ ਉਹਦਾ ਕੁਝ ਖਰੀਦ ਕੇ ਕਿਵੇਂ ਖਾਣਾ ਹੈ, ਇਹਦੀ ਕੋਈ ਉਸ ਦੇ ਵਿੱਚ ਨਜ਼ਰ ਨਹੀਂ ਆ ਰਹੀ ਚੀਜ਼। ਉਹਦੇ 'ਚ ਕੋਈ ਚੀਜ਼ ਨਜ਼ਰ ਆ ਰਹੀ ਹੈ, ਕਿਤੇ ਲੋਨ ਦੇ ਦਿਆਂਗੇ, ਕਿਤੇ ਅਸੀਂ ਪਹਿਲਾਂ ਤੋਂ ਹੀ ਕਰਤਾ ਸੀਗਾ ਉਹਨੂੰ ਵੀ ਵਿੱਚ ਹੀ ਗਿਣ ਲਿਆ ਵੀ ਇਹਨੂੰ ਵੀ ਜੋੜ ਲਓ ਅਤੇ ਇਹਦੀ ਕੀਮਤ ਇੰਨੀ ਬਣ ਗਈ। ਉਹ ਇਹ ਸਾਰੀ ਹਵਾਈ ਗੱਲਾਂ ਨੇ। ਸੋ ਠੋਸ ਉਹਦੇ ਵਿੱਚ ਸਰਕਾਰ ਨੇ ਕੁਛ ਨਹੀਂ ਕੀਤਾ, ਲੇਕਿਨ ਜੋ ਠੋਸ ਕੀਤਾ ਉਹ ਬੜਾ ਖਤਰਨਾਕ ਹੈ। ਉਹ ਇਹ ਆ ਕਿ ਸਰਕਾਰ ਦਾ ਇੱਕ ਪਹਿਲਾਂ ਹੀ ਏਜੰਡਾ ਸੀ, ਜਿਹੜਾ ਪਹਿਲਾਂ ਚੱਲ ਰਿਹਾ ਸੀ, ਜਦੋਂ ਕਰੋਨਾ ਨਹੀਂ ਸੀ ਆਇਆ ਉਦੋਂ ਵੀ ਏਜੰਡਾ ਚੱਲ ਰਿਹਾ ਸੀ। ਉਹ ਸੀਗਾ ਕਿ ਲੇਬਰ ਲਾਅ ਖਤਮ ਕਰਨਾ ਹੈ। ਅਸੀਂ ਇਹ ਦੇਖ ਰਹੇ ਹਾਂ ਕਰੋਨਾ ਦੀ ਆੜ ਦੇ ਵਿੱਚ ਲੇਬਰ ਲਾਅ ਖਤਮ। ਔਰ ਜਿਹੜੀ ਸਭ ਤੋਂ ਡੇਂਜਰਸ ਗੱਲ ਹੈ ਕਿ ਇਹ ਲੇਬਰ ਲਾਅ ਇਕੱਲੇ ਇਹ ਨਹੀਂ ਹੈ ਕਿ ਇਕੱਲੇ ਭਾਜਪਾ ਦੀਆਂ ਸਰਕਾਰਾਂ ਨੇ ਖਤਮ ਕਰਤਾ। ਜਿੱਥੇ ਕਾਂਗਰਸ ਰੂਲਡ ਗਵਰਨਮੈਂਟ ਹੈ, ਪੰਜਾਬ, ਰਾਜਸਥਾਨ, ਇਹਨਾਂ ਸਰਕਾਰਾਂ ਨੇ ਵੀ ਲੇਬਰ ਲਾਅ ਨੂੰ ਫਿਰ ਠੀਕ ਉਸੇ ਤਰ੍ਹਾਂ ਡੀਲ ਕੀਤਾ। ਲੇਬਰ ਲਾਅ ਦੇ ਪ੍ਰਤੀ ਉਹੀ ਜਿਹੜੀ ਨੀਤੀ ਰੱਖੀ ਹੈ ਜੋ ਕੇਂਦਰ ਸਰਕਾਰ ਦੀ ਨੀਤੀ ਹੈ। ਸੋ ਹੁਣ
ਕੁੱਲ ਮਿਲਾ ਕੇ ਸਥਿਤੀ ਇਹ ਆ ਕਿ ਕਰੋਨਾ ਆਇਆ, ਲੋਕਾਂ ਦਾ ਇੰਤਜ਼ਾਮ ਕੋਈ ਨਹੀਂ ਸੀ, ਸਰਕਾਰ ਕੋਲ ਲੋਕਡਾਊਨ ਕਰਤਾ। ਹੁਣ ਓਪਨ ਅਪ ਕਰਾਂਗੇ, ਲੇਕਿਨ ਇਹ ਨਵੀਂ ਦੁਨੀਆ 'ਚ ਓਪਨ ਅਪ ਹੋਏਗਾ। ਇੱਕ ਐਸੀ ਦੁਨੀਆ ਜਿਹਦੇ 'ਚ ਮਜ਼ਦੂਰ ਜਿਹੜਾ ਹੈਗਾ ਉਹਨੂੰ ਭੁੱਖੇ ਸ਼ੇਰ ਦੇ ਮੂਹਰੇ ਇੱਕ ਤਰ੍ਹਾਂ ਨਾਲ ਬੱਕਰੀ ਨੂੰ ਸੁੱਟ ਦਿੱਤਾ ਜਾਏਗਾ, ਅਤੇ ਉਹਨੂੰ ਬਚਾਉਣ ਵਾਸਤੇ ਜਿਹੜਾ ਮਾੜਾ ਮੋਟਾ ਮੈਕੈਨਿਜ਼ਮ ਸੀਗਾ ਉਹ ਮੈਕੈਨਿਜ਼ਮ ਇਸ ਦੌਰਾਨ ਡਿਸਮੈਂਟਲ ਕਰ ਦਿੱਤਾ ਜਾਏਗਾ। ਇਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੀ ਭੂਮਿਕਾ, ਜਿਵੇਂ ਮੋਦੀ ਸਰਕਾਰ ਨੂੰ ਤਾਂ ਹਮੇਸ਼ਾ ਹੀ ਇੱਕ ਵਪਾਰੀ ਸਰਕਾਰ ਦੇ ਤੌਰ ਤੇ ਬੀਜੇਪੀ ਨੂੰ ਦੇਖਿਆ ਜਾਂਦਾ ਹੈ, ਦੂਜੇ ਪਾਸੇ ਜਿਹੜਾ ਵਿਰੋਧੀ ਧਿਰ ਹੈ ਕਾਂਗਰਸ ਹੈ, ਉਹਦੇ ਵੱਲੋਂ ਕੀ ਠੋਸ ਨੀਤੀ ਹੈ? ਜਿਹੜਾ ਲੇਬਰ ਐਕਟ ਲਾ ਇਹਨਾਂ ਨੇ ਜਾਰੀ ਕੀਤਾ ਕਿ 12 ਘੰਟੇ ਸਰਵਿਸ ਹੋਊਗੀ ਅਤੇ ਤੁਹਾਨੂੰ ਸ਼ਰਮਿਕ ਨੂੰ ਕੋਈ ਜ਼ਿਆਦਾ ਅਧਿਕਾਰ ਨਹੀਂ ਮਿਲਣਗੇ। ਉਹਦੇ 'ਚ ਇਹਨਾਂ ਦੀ ਨੀਤੀ ਦੇ ਵਿੱਚ ਮੈਂ ਇਹੋ ਹੀ ਜ਼ੋਰ ਦੇਣਾ ਚਾਹ ਰਿਹਾ ਵੀ ਕੋਈ ਫਰਕ ਨਹੀਂ ਆ ਰਿਹਾ। ਮਤਲਬ ਜਿਹੜੀ ਨੀਤੀ ਕਾਂਗਰਸ ਵੇਲੇ ਤੋਂ ਵੀ ਇਹ ਇੱਕ ਐਟੀਟਿਊਡ ਬਣਿਆ ਹੋਇਆ ਸੀਗਾ ਕਿ ਐਂਟੀ ਮਜ਼ਦੂਰ ਸਰਕਾਰ ਦੀ ਜਨਰਲ ਪਾਲਿਸੀ ਸੀ, ਔਰ ਇੱਕ ਜਿਹੜਾ ਜੁਮਲਾ ਬਹੁਤ ਵੱਡੇ ਪੱਧਰ ਦੇ ਉੱਤੇ ਫੈਲਾਇਆ ਜਾਂਦਾ ਸੀਗਾ ਉਹ ਸੀਗਾ ਕਿ ਬਾਹਰੋਂ ਇਨਵੈਸਟਮੈਂਟ ਆਏਗੀ ਤਾਂ ਹਿੰਦੁਸਤਾਨ ਦਾ ਵਿਕਾਸ ਹੋਏਗਾ। ਸੇਮ ਉਹੀ ਆੜ ਲੈ ਕੇ ਅੱਜ ਯੋਗੀ ਆਦਿੱਤਿਆਨਾਥ ਨੇ ਜੋ ਐਲਾਨ ਕੀਤਾ, ਉਹਨੇ ਕਿਹਾ 3 ਸਾਲ ਵਾਸਤੇ ਲੇਬਰ ਲਾਅ ਟੋਟਲ ਸਸਪੈਂਡ, ਅਤੇ ਉਹਦਾ ਦਾਅਵਾ ਕੀ ਹੈ ਕਿ ਇਹਦੇ ਨਾਲ ਇੰਡਸਟਰੀ ਸਾਡੇ ਮੁਲਕ ਦੇ ਵਿੱਚ ਆਏਗੀ, ਚਾਈਨਾ ਤੋਂ ਇੰਡਸਟਰੀ ਉਖੜੇਗੀ, ਸਾਡੇ ਮੁਲਕ 'ਚ ਆਏਗੀ। ਲੇਕਿਨ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਦਾਅਵਾ ਹੈ। ਚਾਈਨਾ ਦੇ ਵਿੱਚ ਐਸੀ ਕਿਹੜੀ ਇੰਡਸਟਰੀ ਹੈ ਜਿਹੜੀ ਉਖੜ ਕੇ ਹਿੰਦੁਸਤਾਨ ਦੇ ਜਿਹੜੇ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ 8,000 ਰੁਪਏ ਵਾਲਾ ਮਜ਼ਦੂਰ ਸੀਗਾ, ਉਹ ਹੁਣ ਤੁਹਾਨੂੰ 8 ਘੰਟੇ ਲਈ ਨਹੀਂ, ਹੁਣ ਉਹ ਤੁਹਾਨੂੰ 12 ਘੰਟੇ ਲਈ ਅਵੇਲੇਬਲ ਹੈ। ਇਸ 8 ਤੋਂ 12 ਘੰਟੇ ਜਿਹਦੇ ਵਿੱਚ ਜਿਹੜੇ ਮਜ਼ਦੂਰ ਦੇ ਤੁਸੀਂ ਕੀਤੇ ਨੇ, ਇਹਨੂੰ ਵਰਤ ਕੇ ਕੰਮ ਕਰਵਾਉਣ ਵਾਲੀ ਕਿਹੜੀ ਇੰਡਸਟਰੀ ਹੈ ਜਿਹੜੀ ਹਿੰਦੁਸਤਾਨ 'ਚ ਆਉਣ ਜਾ ਰਹੀ ਹੈ? ਸੱਚਾਈ ਹੈ ਕੋਈ ਨਹੀਂ ਹੈ। ਐਸਾ ਕੋਈ ਇੰਟਰਸਟ ਇੰਡਸਟਰੀ ਨੇ ਹਾਲੇ ਤੱਕ ਸ਼ੋਅ ਨਹੀਂ ਕੀਤਾ। ਔਰ ਦੂਜਾ ਜਿਹੜਾ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਮੈਸੇਜ ਕੀ ਕੀਤਾ, ਉਹ ਕਹਿ ਰਹੇ ਨੇ ਕਿ ਜਿਵੇਂ ਲੇਬਰ ਲਾਅ ਹੀ ਮੁੱਖ ਉਹ ਅੜਚਨ ਸੀ ਜਿਹਦੇ ਕਰਕੇ ਹਿੰਦੁਸਤਾਨ 'ਚ ਇਨਵੈਸਟਮੈਂਟ ਨਹੀਂ ਸੀ ਆ ਰਹੀ, ਜਦਕਿ ਇਹ ਵੀ ਝੂਠ ਹੈ। ਹਿੰਦੁਸਤਾਨ ਦੇ ਲੇਬਰ ਲਾਅ ਪਹਿਲਾਂ ਹੀ ਕਾਗਜ਼ ਦੇ ਸ਼ੇਰ ਨੇ, ਹਿੰਦੁਸਤਾਨ ਦੇ ਲੇਬਰ ਲਾਅ ਪਹਿਲਾਂ ਹੀ ਕਾਗਜ਼ੀ ਲੇਬਰ ਲਾਅ ਬਣੇ ਪਏ ਸੀਗੇ। ਹੁਣ ਜੋ ਸਰਕਾਰ ਨੇ ਕੀਤਾ ਉਹ ਸਿਰਫ ਕੀਤਾ ਇੰਡਸਟਰੀਅਲਿਸਟ ਨੂੰ, ਪੂੰਜੀਪਤੀ ਨੂੰ ਇੱਕ ਮੈਸੇਜ ਦਿੱਤਾ ਕਿ ਅਸੀਂ ਤੁਹਾਡੇ ਨਾਲ ਜਿਹੜੇ ਇਹਦੇ 'ਚ ਵਿਰੋਧਤਾ ਹੋਣੀ ਚਾਹੀਦੀ ਹੈ ਪ੍ਰੋਪਰ, ਮਤਲਬ ਇੱਕ ਇਸ ਨੂੰ ਆਪਾਂ ਜੇ ਦੇਖਿਆ ਜਾਏ ਇਸ ਕਾਨੂੰਨ ਨੂੰ ਇੱਕ ਮਨੁੱਖੀ ਅਧਿਕਾਰਾਂ 'ਤੇ ਵੀ ਬਹੁਤ ਵੱਡੀ ਚੋਟ ਹੈ, ਪਰੰਤੂ ਸੱਤਾਧਾਰੀ ਅਤੇ ਵਿਰੋਧੀ ਧਿਰ ਦੀ ਜਿਹੜੀ ਲੜਾਈ ਹੈ ਕਿਤੇ ਨਾ ਕਿਤੇ ਮਿਲੀ ਜੁਲੀ ਨਹੀਂ ਲੱਗ ਰਹੀ ਤੁਹਾਨੂੰ? ਨਹੀਂ, ਮਿਲੀ ਜੁਲੀ ਕੀ, ਪਹਿਲਾਂ ਉਹ ਕਰ ਹੀ ਰਹੇ ਸੀ। ਇਹ ਉਹਨਾਂ ਦੀ ਹੀ ਦਿਸ਼ਾ ਹੈ। ਜੇ ਆਪਾਂ ਕਹੀਏ ਦੇਸ਼ ਦੇ ਵਿੱਚ ਜਿਹੜੀ ਬਾਹਰੋਂ ਇਨਵੈਸਟਮੈਂਟ ਲਿਆਉਣ ਦੀ ਗੱਲ ਹੈਗੀ ਹੈ, ਗੱਲ ਤਾਂ ਕਾਂਗਰਸ ਵੇਲੇ ਸ਼ੁਰੂ ਹੋ ਗਈ ਸੀ। ਸੋ ਇਹ ਉਹਨਾਂ ਦੀ ਹੀ ਨੀਤੀ ਹੈ। ਇਕਨੋਮਿਕ ਫਰੰਟ ਦੇ ਉੱਤੇ ਉਹਨਾਂ ਦੀ ਜੋ ਨਵਾਂ ਕੀ ਹੈ, ਨਵਾਂ ਇਹ ਆ ਕਿ ਜਿਹੜਾ ਨੈਸ਼ਨਲਿਜ਼ਮ ਦਾ ਇਸ ਦੇ ਉੱਤੇ ਇਹਨਾਂ ਨੇ ਲੇਪ ਚਾੜਿਆ, ਮੁਲੰਮਾ ਚਾੜਿਆ। ਜਿਵੇਂ ਤੁਸੀਂ ਦੇਖਦੇ ਹੋ ਕਿ ਮੋਦੀ ਦਾ ਜਿਹੜਾ ਭਾਸ਼ਣ ਹੈਗਾ ਲੋਕਡਾਊਨ ਤੋਂ ਠੀਕ ਪਹਿਲਾਂ ਵਾਲਾ, ਉਸ ਭਾਸ਼ਣ ਦਾ ਪੂਰਾ ਜ਼ੋਰ ਇਸ ਗੱਲ ਦੇ ਉੱਤੇ ਹੈ ਕਿ ਅਸੀਂ ਇੱਕ ਆਤਮ ਨਿਰਭਰ ਭਾਰਤ ਬਣਾ ਰਹੇ ਹਾਂ। ਉਹਨੇ ਕਿਹਾ ਲੋਕਲ ਕੇ ਲਈ ਵੋਕਲ ਹੋਣਾ ਪੜੇਗਾ। ਯਾਨੀ ਸੁਣਨ ਨੂੰ ਇੱਦਾਂ ਲੱਗਦਾ ਹੈ ਕਿ ਹੁਣ ਜਿਹੜਾ ਹੈਗਾ ਗਲੀ ਮੁਹੱਲਿਆਂ ਦੇ ਵਿੱਚ ਕੋਈ ਛੋਟੀ ਛੋਟੀ ਪੈਦਾਵਾਰ ਕਰਨ ਵਾਲੇ, ਕੋਈ ਪੈਕੇਟ ਪੈਕਿੰਗ ਕਰਕੇ ਕੋਈ ਵੇਚਣ ਵਾਲੇ ਲੋਕ ਜਿਹੜੇ ਨੇ, ਸ਼ਾਇਦ ਸਰਕਾਰ ਉਹਦੀ ਗੱਲ ਕਰ ਰਹੀ ਹੈ। ਲੇਕਿਨ ਸੱਚਾਈ ਕੀ ਹੈ, ਇਸੇ ਲੋਕਡਾਊਨ ਦੇ ਦੌਰਾਨ ਜਿਹੜਾ ਹੈਗਾ ਯੂਪੀ ਦਾ ਉਸੇ ਪਾਰਟੀ ਦਾ ਚੀਫ ਮਿਨਿਸਟਰ ਜਿਹੜਾ ਹੈਗਾ ਉਹ ਕਹਿੰਦਾ ਕਿ ਮੈਂ ਚਾਈਨਾ ਤੋਂ ਇੰਡਸਟਰੀ ਮੰਗਵਾਉਣੀ ਹੈ, ਉਹ ਕਹਿੰਦਾ ਮੈਂ ਵਿਦੇਸ਼ੀ ਇੰਡਸਟਰੀ ਮੰਗਵਾਉਣੀ ਹੈ। ਸੋ ਇੱਕ ਪਾਸੇ ਸੈਲਫ ਰਿਲਾਇੰਟ ਇੰਡੀਆ ਅਤੇ ਇੱਕ ਪਾਸੇ ਫੋਰਨ ਡਿਪੈਂਡੈਂਟ ਇੰਡੀਆ। ਇਹਦਾ ਮਤਲਬ ਸੱਚਾਈ ਕੀ ਹੈ? ਲੋਕਾਂ ਨੂੰ ਤੈਅ ਕਰਨਾ ਪਏਗਾ। ਸੱਚਾਈ ਇਹ ਹੋਈ ਹੈ ਕਿ ਸਰਕਾਰ ਇਸ ਵੇਲੇ ਬਹੁਤ ਵੱਡੀ ਪੂੰਜੀ ਦੇ ਹੱਥ ਦੇ ਵਿੱਚ ਖੇਡ ਰਹੀ ਹੈ। ਉਹਦੇ ਵਿੱਚ ਇੰਟਰਸਟ ਰਿਲਾਇੰਸ ਦੇ ਨੇ, ਉਹਦੇ 'ਚ ਇੰਟਰਸਟ ਵਿਦਾਂਤਾ ਵਰਗੇ ਗਰੁੱਪਾਂ ਦੇ ਨੇ। ਇਹ ਸਾਰੇ ਜਿਹੜੇ ਮਾਫੀਆ ਇੱਕ ਤਰ੍ਹਾਂ ਨਾਲ ਹੈਗਾ, ਇਹ ਕੋਈ ਇੰਡਸਟਰੀਅਲਿਸਟ ਉਸ ਕਿਸਮ ਦੇ ਨਹੀਂ ਹੈਗੇ ਕਿ ਪਹਿਲਾਂ ਇਨਵੈਸਟ ਕਰਦੇ ਨੇ, ਫਿਰ ਮਜ਼ਦੂਰਾਂ ਨੂੰ ਕੰਮ ਦਿੰਦੇ ਨੇ, ਫਿਰ ਉਸ 'ਚੋਂ ਪੈਸਾ। ਇਹ ਰਾਤੋਂ ਰਾਤ ਪੈਸੇ 'ਚੋਂ ਪੈਸਾ ਕਮਾਉਣ ਵਾਲੇ ਲੋਕ ਨੇ, ਇਹ ਸਪੈਕੂਲੇਸ਼ਨ ਦੇ ਵਿੱਚੋਂ ਪੈਸਾ ਕਮਾਉਣ ਵਾਲੇ ਲੋਕ ਨੇ। ਸੋ ਇਹਨਾਂ ਦੀ ਲਾਇਸੈਂਸਿੰਗ ਜਿਹੜੀ ਹੈਗੀ ਆ ਉਹ ਇਹਨਾਂ ਦੇ ਪੈਸੇ ਦਾ ਆਧਾਰ ਹੈ। ਵੀ ਮੰਨ ਲਓ ਕਿਸੇ ਇੱਕ ਨੂੰ ਠੇਕਾ ਦੇਤਾ ਕਿ ਇਹ ਪੈਸਾ ਸਿਰਫ ਇਹੋ ਹੀ ਕਲੈਕਟ ਕਰ ਸਕਦਾ। ਹੁਣ ਸੋਲਰ ਦਾ ਐਡਾ ਵੱਡਾ ਇਹਨਾਂ ਨੇ ਮਾਮਲਾ ਬਣਾਇਆ ਕਿ ਸੋਲਰ ਪਲਾਂਟਸ ਅਸੀਂ ਲਗਵਾ ਰਹੇ ਹਾਂ, ਲੇਕਿਨ ਜਦੋਂ ਉਸ ਦੇ ਵਾਸਤੇ ਤੁਸੀਂ ਅਡਾਨੀ ਨੂੰ, ਵਿਦਾਂਤਾ ਗਰੁੱਪ ਵਰਗਿਆਂ ਨੂੰ, ਇਹਨਾਂ ਨੂੰ ਲਾਇਸੈਂਸ ਕਰ ਦਿੰਦੇ ਹੋ ਕਿ ਇਹਨਾਂ ਦੇ ਥਰੂ ਸੋਲਰ ਪਲਾਂਟ ਪਾਸ ਹੋਏਗਾ, ਹੁਣ ਇਹਨਾਂ ਨੇ ਨਹੀਂ ਕਰਨਾ ਕੁਛ ਵੀ, ਨਾ ਇਹਨਾਂ ਨੇ ਸਿਲੀਕੌਨ ਬਣਾਉਣਾ, ਨਾ ਇਹਨਾਂ ਨੇ ਕੋਈ ਇਨਫਰਾਸਟਰਕਚਰ ਬਣਾ ਕੇ ਦੇਣਾ, ਨਾ ਇਹਨਾਂ ਨੇ ਇੰਜੀਨੀਅਰ ਰੱਖਣੇ ਨੇ, ਕੁਛ ਨਹੀਂ ਕਰਨਾ। ਇਹਨਾਂ ਨੇ ਸਿਰਫ ਸਰਟੀਫਾਈ ਕਰਨਾ ਕਿ ਹਾਂ ਜੀ ਇਹ ਸਾਡੇ ਥਰੂ ਗਿਆ, ਸੋ ਉਹਦੀ ਫੀਸ ਹੈ। ਸੋ ਅਰਬਾਂ ਰੁਪਇਆ ਪੈਸਾ ਬਿਨਾਂ ਕੋਈ ਕੰਮ ਕੀਤਿਆਂ ਪੇਟੀਐਮ ਵਰਗੀਆਂ ਕੰਪਨੀਆਂ, ਰਿਲਾਇੰਸ, ਵਿਦਾਂਤਾ, ਅਡਾਨੀ, ਇਹਨਾਂ ਲੋਕਾਂ ਨੂੰ ਸਿਰਫ ਤੇ ਸਿਰਫ ਕਰੋਨੀਜ਼ਮ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਸੱਤਾ ਦੇ ਨਜ਼ਦੀਕ ਹੋਣ ਦਾ ਲਾਭ, ਉਸ ਦੇ ਆਧਾਰ ਦੇ ਉੱਤੇ ਅਰਬਾਂ ਰੁਪਈਏ ਦਾ ਮੁਨਾਫਾ ਇਹਨਾਂ ਨੂੰ ਦਿੱਤਾ ਜਾ ਰਿਹਾ। ਇਸ ਕਿਸਮ ਦੀ ਇੰਡਸਟਰੀਲਾਈਜੇਸ਼ਨ ਹਿੰਦੁਸਤਾਨ 'ਚ ਹੋ ਰਹੀ ਹੈ। ਇਹ ਇੰਡਸਟਰੀਲਾਈਜੇਸ਼ਨ ਨਹੀਂ ਕਹਿ ਸਕਦੇ, ਇਹ ਪੈਸੇ 'ਚੋਂ ਪੈਸਾ ਬਣਾਉਣ ਦੀ ਕਾਰਵਾਈ, ਕਰੋਨੀ ਕੈਪੀਟਲ ਹੈ, ਇਹ ਮੁਨਾਫਾਖੋਰੀ ਹੈ, ਸ਼ੁੱਧ ਮੁਨਾਫਾਖੋਰੀ ਹੈ। ਸੋ ਇਸ ਸ਼ੁੱਧ ਮੁਨਾਫਾਖੋਰੀ ਦੇ ਦੌਰ 'ਚ ਜਿਹੜਾ ਉਹ ਸੜਕ ਦੇ ਉੱਤੇ ਬੈਠ ਕੇ ਰੇਹੜੀ ਪੱਟੀ ਕਰਨ ਵਾਲਾ ਬੰਦਾ ਸੀ, ਜਿਹਨੂੰ ਅਸੀਂ ਅਸਲ 'ਚ ਲੋਕਲ ਦੇ ਤੌਰ 'ਤੇ ਜਾਣਦੇ ਹਾਂ, ਉਹਨੂੰ ਤਾਂ ਉਜਾੜਿਆ ਗਿਆ, ਉਹ ਖਤਮ ਕਰਤਾ ਇਹਨਾਂ ਨੇ। ਇਸ ਦੌਰ ਦੇ ਵਿੱਚ ਇਹਨਾਂ ਨੇ ਪੂਰੇ ਦਾ ਪੂਰਾ ਔਨਲਾਈਨ ਸਿਸਟਮ ਜਿਹੜਾ ਹੈਗਾ ਮਾਰਕੀਟਿੰਗ ਦਾ, ਉਹਨੂੰ ਇੰਨਾ ਕੁ ਜ਼ਬਰਦਸਤ ਤਰੀਕੇ ਨਾਲ ਇਸਟੈਬਲਿਸ਼ ਕਰਤਾ ਕਿ ਹੁਣ ਲੋਕਲ ਕਰਿਆਨਾ ਸ਼ਾਪ ਜਿਹੜਾ ਹੈਗਾ, ਜਿਹਨੂੰ ਆਦਤ ਨਹੀਂ ਸੀਗੀ ਔਨਲਾਈਨ ਆਰਡਰ ਕਰਨ ਦੀ, ਉਹਨੂੰ ਆਦਤ ਪਾਤੀ।
ਸੋ ਹੁਣ ਸਿਚੁਏਸ਼ਨ ਕੀ ਹੈ ਕਿ ਈ ਮਾਰਕੀਟਿੰਗ, ਇਹ ਜਿਹੜੀ ਉੱਪਰੋਂ ਹਵਾ ਦੇ ਵਿੱਚੋਂ ਚੀਜ਼ਾਂ ਕਮਾਉਣ ਵਾਲੇ, ਉਹਨਾਂ ਵਾਸਤੇ ਖੁੱਲੀ ਛੁੱਟੀ ਹੈ ਲੋਕਡਾਊਨ ਦੇ ਦੌਰਾਨ। ਬੰਦ ਕੌਣ ਹੋਇਆ? ਬੰਦ ਹੋਇਆ ਸਬਜ਼ੀ ਵਾਲਾ, ਬੰਦ ਹੋਇਆ ਤੁਹਾਡਾ ਲੋਕਲ ਜਿਹੜਾ ਛੋਟੀ ਜਿਹੀ ਫੇਰੀ ਲਾ ਕੇ, ਡੱਗੀ ਲਾ ਕੇ ਕੱਪੜੇ ਵੇਚਦਾ ਸੀ ਗਲੀ 'ਚ ਜਾ ਕੇ, ਉਹ ਬੰਦ ਹੋ ਗਿਆ। ਸੋ ਉਹ ਸਾਰੇ ਦੇ ਸਾਰੇ ਸਾਫ਼ ਕਰਕੇ ਮੋਨੋਪਲਾਈਜੇਸ਼ਨ ਦਾ ਇੱਕ ਜ਼ਬਰਦਸਤ ਦੌਰ ਹਿੰਦੁਸਤਾਨ ਸ਼ੁਰੂ ਕੀਤਾ। ਸੋ ਮੈਂ ਕਹਿਣਾ ਚਾਹ ਰਿਹਾ ਕਿ ਲੋਕਡਾਊਨ ਤੋਂ ਬਾਅਦ ਦਾ ਹਿੰਦੁਸਤਾਨ, ਜਦੋਂ ਅਸੀਂ ਲੋਕਡਾਊਨ ਤੋਂ ਜਾਗਾਂਗੇ, ਬਾਹਰ ਖੁੱਲਾਂਗੇ, ਤਾਂ ਅਸੀਂ ਦੇਖਾਂਗੇ ਭਾਰਤ ਬਦਲ ਚੁੱਕਿਆ। ਅਸੀਂ ਦੇਖਾਂਗੇ ਭਾਰਤ ਜਿਹੜਾ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰਦੇ ਆ ਰਹੇ ਨੇ ਕਿ ਇਹ ਇੱਥੇ ਇੱਕ ਛਤਰ ਰਾਜ ਪੂੰਜੀ ਦਾ ਹੋਵੇ, ਉਹ ਪੂੰਜੀ ਦਾ ਇੱਕ ਛਤਰ ਰਾਜ ਜਿਹੜਾ ਉਹ ਲੋਕਡਾਊਨ ਤੋਂ ਠੀਕ ਬਾਅਦ ਸਾਨੂੰ ਨਜ਼ਰ ਆਏਗਾ, ਜਿੱਥੇ ਮਜ਼ਦੂਰ ਕੋਲ ਕੋਈ ਰਾਈਟ ਨਹੀਂ, ਜਾਂ ਮਜ਼ਦੂਰ ਛੱਡੀਏ ਆਪਾਂ, ਕਿਸੇ ਕੋਲ ਕੋਈ ਰਾਈਟ ਨਹੀਂ। ਜਿਹੜਾ ਬੰਦਾ ਕੰਮ ਕਰਕੇ ਖਾਣ ਵਾਲਾ ਹੈ, ਉਹਦਾ ਆਪਣੇ ਇੰਪਲੋਇਰ ਦੇ ਨਾਲ ਨੈਗੋਸ਼ੀਏਸ਼ਨ ਦਾ ਕੋਈ ਰਾਈਟ ਨਹੀਂ, ਉਹ ਨੈਗੋਸ਼ੀਏਟ ਹੀ ਨਹੀਂ ਕਰ ਸਕਦਾ। ਹਾਲਾਂਕਿ ਇਹ ਕਹਿ ਰਹੇ ਨੇ ਕਿ ਕਿਸੇ ਨੇ ਕਿਹਾ ਸੀ 3 ਮਹੀਨੇ ਲਈ, ਜਿਵੇਂ ਪੰਜਾਬ ਸਰਕਾਰ ਨੇ ਕਿਹਾ ਸਸਪੈਂਡ ਕੀਤਾ, ਕਿਸੇ ਨੇ ਕਿਹਾ 3 ਸਾਲ ਲਈ ਸਸਪੈਂਡ ਕੀਤਾ, ਲੇਕਿਨ ਇਹ ਜਾਣ ਲਓ ਤੁਸੀਂ, ਇਹ ਐਸਾ ਮੋਰਚਾ ਹੈ ਜਿਹਨੂੰ ਤੁਸੀਂ ਇੱਕ ਵਾਰੀ ਵਿਹਲਾ ਕਰਤਾ, ਫਿਰ ਦੁਸ਼ਮਣ ਦੁਆਰਾ ਨਹੀਂ ਛੱਡਣ ਜਾ ਰਿਹਾ ਉਸ ਨੂੰ। ਸੋ ਇਹ ਲੋਕਡਾਊਨ ਤੋਂ ਬਾਅਦ ਦਾ ਹਿੰਦੁਸਤਾਨ ਜਿਹੜਾ ਇਹ ਬੜਾ ਡੇਂਜਰਸ ਇੰਡੀਆ ਹੈ, ਇਹ ਪੂਰੀ ਤਰ੍ਹਾਂ ਮੋਨੋਪਲਾਈਜ਼ਡ ਇੰਡੀਆ ਹੈ, ਇਹ ਪੂਰੀ ਤਰ੍ਹਾਂ ਕਰੋਨੀ ਕੈਪੀਟਲ ਦੇ ਕਬਜ਼ੇ ਦਾ ਇੰਡੀਆ ਹੈ, ਜਿਹਨੂੰ ਫਾਸਿਸਟਵਾਦ ਹੁਣ ਤੱਕ ਅਸੀਂ ਕਹਿੰਦੇ ਸੀ। ਆਮ ਤੌਰ 'ਤੇ ਅਸੀਂ ਇਹ ਸਮਝਦੇ ਰਹੇ ਹਾਂ ਵੀ ਫਾਸ਼ੀਵਾਦ ਦਾ ਮਤਲਬ ਹੈ ਕਿ ਜਨਤਾ ਦੇ ਇੱਕ ਹਿੱਸੇ ਨੂੰ ਦੂਜੇ ਦੇ ਨਾਲ ਦੰਗਾ ਕਰਵਾ ਦੇਣਾ, ਲੜਾ ਦੇਣਾ, ਧਰਮ ਦੇ ਨਾਂ 'ਤੇ ਲੜਾਈ ਕਰ ਦੇਣੀ ਹੈ। ਲੇਕਿਨ ਉਸ ਫਾਸ਼ੀਵਾਦ ਦੀ ਇਕੋਨਮੀ ਕੀ ਹੋਏਗੀ? ਉਸ ਜਿਸ ਦੌਰਾਨ ਉਹ ਦੰਗਾ ਕਰ ਰਹੇ ਹੋਣਗੇ, ਉਸ ਦੌਰਾਨ ਇੰਡਸਟਰੀਅਲਿਸਟ ਕਿਵੇਂ ਪੈਸਾ ਕਮਾ ਰਿਹਾ ਹੋਏਗਾ, ਉਹਦਾ ਨਕਸ਼ਾ ਜਿਹੜਾ ਉਹ ਇਸ ਲੋਕਡਾਊਨ ਦੇ ਦੌਰਾਨ ਤਿਆਰ ਹੋ ਚੁੱਕਿਆ ਹੈ। ਸੋ ਇੱਕ ਪਾਸੇ ਦੰਗਾ ਕਰਨਗੇ, ਇੱਕ ਪਾਸੇ ਪ੍ਰਧਾਨ ਮੰਤਰੀ ਜਿਹੜਾ ਉਹ ਰਾਸ਼ਟਰਵਾਦ ਦੀ ਗੱਲ ਕਰੇਗਾ, ਦੇਸ਼ ਨੂੰ ਸਵੈ ਨਿਰਭਰ ਬਣਾਉਣ ਦੀ ਗੱਲ ਕਰੇਗਾ, ਠੀਕ ਦੂਜੇ ਪਾਸੇ ਉਸ ਦੀ ਸਟੇਟ ਜਿਹੜੀ ਉਹ ਕਹੇਗੀ ਅਸੀਂ ਕੈਪੀਟਲ ਇਨਵੈਸਟਮੈਂਟ ਬਾਹਰੋਂ ਸੱਦ ਰਹੇ ਹਾਂ, ਅਤੇ ਲੋਕਲ ਇੰਡਸਟਰੀਅਲਿਸਟ, ਲੋਕਲ ਜਿਹੜਾ ਸਾਰਾ ਉਹਨੂੰ ਬਰਬਾਦ ਕਰਨ ਵੱਲ ਨੂੰ ਐਕਚੁਅਲ ਜਿਹੜਾ ਕੰਮ ਉਹ ਇੱਥੇ ਕੀਤਾ ਜਾਏਗਾ। ਸੋ ਇਸ ਕਿਸਮ ਦੀ ਮੋਨੋਪਲੀ ਜਿਹੜਾ ਉਹਦਾ ਦੌਰ ਹਿੰਦੁਸਤਾਨ ਦੇ ਵਿੱਚ ਸ਼ੁਰੂ ਹੋ ਰਿਹਾ ਹੈ। ਧੰਨਵਾਦ ਕਮਲਜੀਤ ਜੀ। ਤੇ ਕਰੋਨਾ ਤੋਂ ਬਾਅਦ ਜਿਹੜਾ ਭਾਰਤ ਦੀ ਤਸਵੀਰ ਬਦਲ ਕੇ ਆਵੇਗੀ, ਉਹ ਕਿੰਨੀ ਮਾਰੂ ਹੋਊਗੀ ਅਤੇ ਆਮ ਲੋਕਾਂ ਨੂੰ ਉਸ ਵਿੱਚ ਜੀਣਾ ਕਿੰਨਾ ਔਖਾ ਹੋਊਗਾ, ਇਸ ਬਾਰੇ ਤੁਸੀਂ ਆਪਣੇ ਸੁਝਾਅ ਜ਼ਰੂਰ ਕਮੈਂਟ ਰਾਹੀਂ ਕਰਦੇ ਰਹੋ। ਨਾਲ ਜੁੜੇ ਰਹੋ ਚੈਨਲ ਸ਼ਾਨ ਪੰਜਾਬੀ, ਮਾਨ ਪੰਜਾਬ ਦਾ। ਧੰਨਵਾਦ। ਚੈਨਲ ਸ਼ਾਨ ਪੰਜਾਬੀ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ। ਧੰਨਵਾਦ।